ਸਾਡੀਆਂ ਲਾਸ਼ਾਂ ਤਾਂ ਜਾ ਸਕਦੀਆਂ ਪੰਜਾਬ। ਇਹ ਕਾਨੂੰਨ ਰੱਦ ਕਰੇ ਬਿਨਾਂ ਅਸੀਂ ਜਿਉਂਦੇ ਨਹੀਂ ਜਾ ਸਕਦੇ। ਇਹ ਵੱਡਾ ਮੈਂ ਐਲਾਨ ਕਰ ਰਿਹਾ ਅੱਜ ਜੀ, ਮੈਂ ਹੁਣ ਤੱਕ ਨਹੀਂ ਕੀਤਾ ਹੈ। ਇਹ ਇਹੋ ਜਿਹੀ ਐਜੀਟੇਸ਼ਨ ਹੈ ਕਿ ਭਾਰਤ ਸਰਕਾਰ ਦੀ ਬਲੀ ਹੋ ਸਕਦੀ ਹੈ ਇਹਦੇ ਵਿੱਚ। ਜਦੋਂ ਦੋ ਜਮਾਤਾਂ ਦੀ ਲੜਾਈ ਹੁੰਦੀ ਆ ਉਹ ਛੇਤੀ ਕੀਤਿਆਂ ਨਿਬੜਦੀ ਨਹੀਂ ਹੁੰਦੀ, ਉਹ ਸਮਾਂ ਲੈਂਦੀ ਹੁੰਦੀ ਹੈ। ਉਹਦੇ ਵਿੱਚ ਖੂਨ ਖਰਾਬਾ ਹੁੰਦਾ, ਉਹਦੇ ਵਿੱਚ ਕੁਰਬਾਨੀਆਂ ਹੁੰਦੀਆਂ, ਉਹਦਾ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੁੰਦਾ। ਇੱਕ ਦੇਸ਼, ਇੱਕ ਭੇਸ, ਇੱਕ ਰਾਜ, ਏਕ ਬੋਲੀ, ਏਕ ਭਾਸ਼ਾ। ਜਿਹੜੀ ਆਉਣ ਵਾਲੀ 26 ਤਰੀਕ ਹੈ ਜੀ, ਇਹ ਜਿਹੜਾ ਭਾਰਤ ਦਾ ਇਤਿਹਾਸ ਹੈ ਉਹਦੇ ਵਿੱਚ ਇੱਕ ਨਵਾਂ ਅਧਿਆਏ, ਨਵਾਂ ਇਤਿਹਾਸ ਸਿਰਜਿਆ ਜਾਊਗਾ। ਇਹ ਭੁਲੇਖੇ ਦੇ ਵਿੱਚ ਹੋ ਸਕਦੀ ਹੈ ਮੋਦੀ ਸਰਕਾਰ, ਭੁਲੇਖੇ ਦੇ ਵਿੱਚ ਹੋ ਸਕਦੇ ਆ ਕਾਰਪੋਰੇਟ ਘਰਾਣੇ, ਭੁਲੇਖੇ ਦੇ ਵਿੱਚ ਹੋ ਸਕਦੀਆਂ ਖੁਫੀਆ ਤੰਤਰ, ਭੁਲੇਖੇ ਦੇ ਵਿੱਚ ਹੋ ਸਕਦੀਆਂ ਇੰਟੈਲੀਜੈਂਸੀਆਂ। ਅਸੀਂ ਕੋਈ ਭੁਲੇਖੇ ਦੇ ਵਿੱਚ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਫਿਰ ਹਾਜ਼ਰ ਹੋਏ ਆ ਗਰਾਊਂਡ ਜ਼ੀਰੋ ਤੇ। ਸਾਡੇ ਨਾਲ ਮੌਜੂਦ ਰਹਿਣਗੇ ਅੱਜ ਬੂਟਾ ਸਿੰਘ ਬੁਰਜਗਿੱਲ, ਜੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਨੇ। ਜਾਣਾਂਗੇ ਇੱਕ ਤਾਂ ਕੱਲ੍ਹ ਦਾ ਜਿਹੜਾ ਟਰੈਕਟਰ ਮਾਰਚ ਸੀ ਉਹ ਪੋਸਟਪੋਨ ਕੀਤਾ ਗਿਆ ਬਾਰਿਸ਼ ਦੇ ਕਾਰਨ, ਪਰਸੋਂ 7 ਤਰੀਕ ਨੂੰ ਕੀਤਾ ਗਿਆ ਹੈਗਾ, ਉਹਦੇ ਬਾਰੇ। ਤੇ ਮੀਟਿੰਗ ਦੇ ਵਿੱਚ ਜਿਹੜਾ ਕੱਲ੍ਹ ਕੁਛ ਖਾਸ ਰਿਹਾ। ਜੇ ਆਪਾਂ ਗੱਲ ਕਰਦੇ ਹਾਂ ਕੰਕਰੀਟ ਕੀ ਹਾਸਲ ਹੋ ਰਿਹਾ ਹੈਗਾ, ਜਾਂ ਪਹਿਲਾਂ ਚਿੱਠੀਆਂ ਆ ਰਹੀਆਂ ਸੀ, ਪਹਿਲਾਂ ਇੱਧਰੋਂ ਨਹੀਂ ਕਿਸਾਨ ਆਗੂ ਜਾ ਰਹੇ ਸੀ, ਹੁਣ ਜਾਣੇ ਸ਼ੁਰੂ ਹੋਏ ਨੇ। 8 ਦੀ ਫੇਰ ਮੀਟਿੰਗ ਆਈ ਆ। ਕੀ ਕੁਛ ਰਹਿਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਜਿਹੜਾ 26 ਤਰੀਕ ਨੂੰ ਆ ਉਹਦੀ ਕੀ ਰੂਪ ਰੇਖਾ ਰਹਿਣ ਵਾਲੀ ਆ? ਬੂਟਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਬੂਟਾ ਸਿੰਘ ਜੀ ਇਹਦਾ ਦੱਸ ਦਿਓ ਥੋੜਾ ਜਿਹਾ, ਜਿਹੜਾ ਇਹ ਪੋਸਟਪੋਨ ਕੀਤਾ ਗਿਆ ਹੈਗਾ, ਤੇ ਇਹਦਾ ਥੋੜਾ ਜਿਹਾ ਨਕਸ਼ਾ ਬਣੇਗਾ ਕਿਵੇਂ ਜਾਣਾਗਾ, ਕਿੱਧਰੋਂ ਜਾਣਾ ਰੋਸ ਮਾਰਚ? ਦੇਖੋ, ਇੱਕ ਤਾਂ ਤੁਸੀਂ ਦੇਖਦੇ ਹੋ ਕੱਲ ਦਿਨ ਦੀ ਬਾਰਿਸ਼ ਹੋ ਰਹੀ ਹੈ ਜੀ, ਸਾਰਾ ਦਿਨ ਬਾਰਿਸ਼ ਹੋਈ, ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ, ਬਹੁਤ ਸਾਰੀ ਤੇਜ਼ ਹਵਾ ਆਈ, ਠੀਕ ਹੈ ਨਾ। ਉਹਦੇ ਨਾਲ ਤੰਬੂ ਪੱਟੇ ਗਏ, ਪਰੇਸ਼ਾਨੀ ਹੋਈ। ਤੇ ਇਸ ਕਰਕੇ ਜਦੋਂ ਅੱਜ ਅਸੀਂ ਨੈੱਟ ਦੇਖਿਆ, ਨੈੱਟ ਕੱਲ੍ਹ ਨੂੰ ਫੇਰ ਦੱਸ ਰਿਹਾ ਕਿ ਕੱਲ੍ਹ ਨੂੰ ਬਾਰਿਸ਼ ਫੇਰ ਹੋਊਗੀ। ਇਸ ਕਰਕੇ ਜਿਹੜਾ 6 ਤਰੀਕ ਦਾ ਸਾਡਾ ਸੀਗਾ ਟਰੈਕਟਰ ਮਾਰਚ ਦਾ, ਉਹਨੂੰ ਅਸੀਂ ਬਦਲ ਕੇ 7 ਕਰ ਦਿੱਤਾ। ਹਾਂ, ਨੈੱਟ ਦੱਸ ਰਿਹਾ ਕਿ 7 ਨੂੰ ਮੌਸਮ ਸਾਫ਼ ਆ। ਹਾਂ, ਇਸ ਕਰਕੇ 7 ਤੇ ਅਸੀਂ ਲੈ ਕੇ ਗਏ ਹਾਂ। ਬੂਟਾ ਸਿੰਘ ਜੀ, ਸਾਡੀ ਗੱਲ ਸੁਰਜੀਤ ਸਿੰਘ ਫੂਲ ਨਾਲ ਵੀ ਗੱਲਬਾਤ ਹੋਈ ਆ, ਅਗਰਾਹਾਂ ਸਾਹਿਬ ਨਾਲ ਵੀ ਗੱਲਬਾਤ ਹੋਈ ਆ। ਜਿਹੜੀਆਂ ਮੀਟਿੰਗਾਂ ਹੋ ਰਹੀਆਂ, ਜੇ ਆਪਾਂ ਕੱਲ੍ਹ ਵਾਲੀ ਮੀਟਿੰਗ ਦੀ ਗੱਲ ਕਰਦੇ ਹਾਂ, ਕੀ ਠੋਸ ਨਿਕਲ ਕੇ ਸਾਹਮਣੇ ਆ ਰਿਹਾ? ਕੋਈ ਹੈਗੀ ਆ ਚੀਜ਼ ਠੋਸ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਨਹੀਂ? ਵੀ ਇੱਕ ਤਰ੍ਹਾਂ ਦਾ ਆਪਾਂ ਕਹਿ ਦਈਏ ਪ੍ਰਸ਼ਨ ਚਿੰਨ੍ਹ ਫੇਰ ਉੱਥੇ ਦੀ ਉੱਥੇ ਖੜਾ ਗਾ। ਜਿਹੜੀ 3 ਕਾਨੂੰਨ ਆਪਾਂ ਰੱਦ ਕਰਾਉਣ ਦੀ ਗੱਲ ਆ, ਜਾਂ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਆ, ਵੀ ਪ੍ਰਸ਼ਨ ਚਿੰਨ੍ਹ ਫੁੱਲ ਸਟਾਪ ਹੋ ਚੁੱਕਿਆ ਕਿ ਕੁਛ ਨਾ ਕੁਛ ਠੋਸ ਨਿਕਲ ਕੇ ਸਾਹਮਣੇ ਆ ਰਿਹਾ? ਦੇਖੋ, ਮੈਂ ਨਾ ਜਦੋਂ ਤੋਂ ਐਜੀਟੇਸ਼ਨ ਸ਼ੁਰੂ ਕੀਤੀ ਅਸੀਂ ਇਹ ਪੰਜਾਬ ਦੇ ਵਿੱਚ, ਮੈਂ ਕਦੇ ਨਹੀਂ ਕਿਹਾ ਕਿ ਐਜੀਟੇਸ਼ਨ ਕੋਈ ਮਹੀਨੇ ਦੀ ਆ, 2 ਮਹੀਨਿਆਂ ਦੀ ਹੈ ਜਾਂ 4 ਮਹੀਨਿਆਂ ਦੀ ਹੈ। ਬਿਲਕੁਲ, ਅਸੀਂ ਇਹਨੂੰ ਕਹਿੰਦੇ ਹਾਂ ਕਿ ਇਹਦੀ ਕੋਈ ਸਮਾਂ ਸੀਮਾ ਨਹੀਂ ਹੈ ਜੀ। ਇਹ ਇੱਕ ਲਹਿਰ ਬਣੀ ਹੈ, ਜਿਵੇਂ ਚਾਚਾ ਅਜੀਤ ਸਿੰਘ ਨੇ ਪਗੜੀ ਸੰਭਾਲ ਜੱਟਾ ਲਹਿਰ ਚਲਾਈ ਸੀ, ਉਸ ਤੋਂ ਬਾਅਦ ਮਜਾਰਾ ਲਹਿਰਾਂ ਚੱਲੀਆਂ, ਹੋਰ ਲਹਿਰਾਂ ਚੱਲੀਆਂ, ਉਹਨਾਂ ਵਾਂਗ ਕਿ ਲਹਿਰ ਆ। ਇਹਦੀ ਸਮਾਂ ਸੀਮਾ ਮਿਥਣੀ ਮੁਸ਼ਕਲ ਹੈ ਜੀ। ਜਿੱਡਾ ਵੱਡਾ ਇਹ ਮੁੱਦਾ ਹੈ, ਛੋਟਾ ਨਹੀਂ, ਮੁੱਦਾ ਬਹੁਤ ਵੱਡਾ ਮੁੱਦਾ ਜੀ। ਇੱਕ ਪਾਸੇ ਕਾਰਪੋਰੇਟ ਘਰਾਣੇ ਆ, ਉਹਨਾਂ ਦੇ ਨਾਲ ਸਰਕਾਰ ਹੈ, ਉਹਨਾਂ ਕੋਲੇ ਬਹੁਤ ਜ਼ਿਆਦਾ ਧਨ ਇਕੱਠਾ ਹੋਇਆ, ਠੀਕ ਹੈ। ਦੂਸਰੇ ਪਾਸੇ ਦੋ ਜਮਾਤਾਂ ਦੀ ਲੜਾਈ ਹੈ। ਇੱਕ ਪਾਸੇ ਕਾਰਪੋਰੇਟ ਘਰਾਣੇ ਪਲੱਸ ਸਰਕਾਰ ਤੇ ਸਾਰਾ ਸਾਜੋ ਸਮਾਨ, ਕਾਨੂੰਨ ਕਚਹਿਰੀਆਂ, ਜੋ ਕਹਿਣਾ ਹੋਵੇ। ਦੂਸਰੇ ਪਾਸੇ ਕਿਸਾਨ, ਖੇਤੀ ਨਾਲ ਜੁੜੇ ਹੋਏ ਮਜ਼ਦੂਰ, ਪੱਲੇਦਾਰ, ਹੋਰ ਜਿਹੜਾ ਖੇਤੀ ਤੇ ਨਿਰਭਰ ਹੈ। ਇਹ ਦੋ ਜਮਾਤਾਂ ਦੀ ਲੜਾਈ ਹੈ। ਇਹਨੂੰ ਇਕੱਲੇ ਕਾਨੂੰਨ ਨਾ ਸਮਝੋ ਤੁਸੀਂ। ਜਦੋਂ ਦੋ ਜਮਾਤਾਂ ਦੀ ਲੜਾਈ ਹੁੰਦੀ ਆ, ਉਹ ਛੇਤੀ ਕੀਤਿਆਂ ਨਿਬੜਦੀ ਨਹੀਂ ਹੁੰਦੀ, ਉਹ ਸਮਾਂ ਲੈਂਦੀ ਹੁੰਦੀ ਹੈ। ਉਹਦੇ ਵਿੱਚ ਖੂਨ ਖਰਾਬਾ ਹੁੰਦਾ, ਉਹਦੇ ਵਿੱਚ ਕੁਰਬਾਨੀਆਂ ਹੁੰਦੀਆਂ, ਉਹਦਾ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੁੰਦਾ। ਮੈਂ ਇਸ ਪ੍ਰਸੰਗ 'ਚ ਦੇਖ ਰਿਹਾ। ਮੈਂ ਅੱਜ ਵੀ ਇਹ ਕਹੂੰਗਾ ਕਿ ਜਿਹੜੀ 8 ਤਰੀਕ ਦੀ ਮੀਟਿੰਗ ਆ, ਜਾਂ ਜਿਹੜੀ ਕੱਲ੍ਹ ਮੀਟਿੰਗ ਹੋਈ ਆ, ਇਹ ਮੀਟਿੰਗਾਂ 1-2 ਮਿੰਟਾਂ ਦੇ ਵਿੱਚ ਕੋਈ ਹੱਲ ਹੋਣ ਵਾਲਾ ਨਹੀਂ ਹੈ ਜੀ। ਤੁਹਾਨੂੰ ਲੱਗਦਾ ਕਿ ਵੀ ਵਾਇਲੈਂਸ ਕਰਵਾ ਸਕਦੀ ਹੈ ਸਰਕਾਰ, ਜਾਂ ਵਾਇਲੈਂਸ ਹੋ ਸਕਦੀ ਹੈ? ਦੇਖੋ, ਇਹ ਇਹੋ ਜਿਹੀ ਐਜੀਟੇਸ਼ਨ ਹੈ ਜੀ, ਜਾਂ ਤਾਂ ਇਹਦੇ ਕਾਨੂੰਨ ਰੱਦ ਹੋਣਗੇ ਤੇ ਜਾਂ ਜਿਹੜੀ ਭਾਰਤ ਸਰਕਾਰ ਆ ਉਹਦੀ ਬਲੀ ਦਿੱਤੀ ਜਾਊਗੀ। ਇਹ ਵੱਡਾ ਮੈਂ ਐਲਾਨ ਕਰ ਰਿਹਾ ਅੱਜ ਜੀ, ਮੈਂ ਹੁਣ ਤੱਕ ਨਹੀਂ ਕੀਤਾ ਹੈ। ਇਹ ਇਹੋ ਜਿਹੀ ਐਜੀਟੇਸ਼ਨ ਹੈ ਕਿ ਭਾਰਤ ਸਰਕਾਰ ਦੀ ਬਲੀ ਹੋ ਸਕਦੀ ਹੈ ਇਹਦੇ ਵਿੱਚ ਜੀ। ਇਹ ਸਾਹਮਣੇ ਆਊਗੀ ਆਉਣ ਵਾਲੇ ਦਿਨਾਂ ਦੇ ਵਿੱਚ, ਤੁਹਾਡੇ ਸਾਹਮਣੇ। ਅੱਜ ਨਹੀਂ ਕਹਿ ਰਿਹਾ, ਉੱਪਰੀ ਲੱਗੂਗੀ ਗੱਲ ਕਿ 3 ਕਾਨੂੰਨਾਂ ਦਾ ਮਾਮਲਾ ਹੈ ਤੇ ਭਾਰਤ ਸਰਕਾਰ ਕਿਵੇਂ ਟੁੱਟ ਸਕਦੀ ਹੈ।
ਇਹ ਬਹੁਤ ਵੱਡੀ ਗੱਲ ਹੈ। ਦੇਖ ਰਹੇ ਹਾਂ ਕਿ 26 ਤਰੀਕ ਕੇ ਬਾਅਦ ਇਹਦਾ ਅਜਿਹਾ ਫੈਸਲਾ ਹੋਊਗਾ, ਜਾਂ ਇਹ ਕਾਨੂੰਨ ਰੱਦ ਹੋਣਗੇ ਜਾਂ ਭਾਰਤ ਸਰਕਾਰ ਕੀ ਬਲੀ ਹੋਊ। ਬੂਟਾ ਸਿੰਘ ਜੀ, ਕ੍ਰਿਸ਼ੀ ਮੰਤਰੀ ਆਉਂਦੇ ਨੇ, ਸੋਮ ਪ੍ਰਕਾਸ਼ ਜੀ ਵੀ ਹੁੰਦੇ ਨੇ, ਤੁਹਾਨੂੰ ਲੱਗਦਾ ਨਹੀਂ ਕਦੇ ਇਹ ਗੱਲ ਨਹੀਂ ਅੰਦਰ ਚੱਲੀ ਵੀ ਜਿਹੜੇ ਤੁਹਾਡੇ ਉੱਪਰ ਬੈਠੇ ਨੇ ਜਾਂ ਜਿਨ੍ਹਾਂ ਦੇ ਇਸ਼ਾਰਿਆਂ ਤੇ ਸਰਕਾਰ ਚੱਲਦੀ ਆ, ਜਿਹੜੇ ਪੂੰਜੀਪਤੀ ਨੇ, ਵੀ ਉਹਨਾਂ ਨੂੰ ਸਾਡੇ ਨਾਲ ਲਿਆ ਕੇ ਬਿਠਾ ਦਿਓ ਮੀਟਿੰਗ ਦੇ ਵਿੱਚ ਜਾਂ ਲੋਕਾਂ ਦੇ ਸਾਹਮਣੇ ਲੈ ਕੇ ਆਓ, ਅਸੀਂ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਲੈਂਦੇ ਆ, ਕਿਉਂਕਿ ਜਿਨ੍ਹਾਂ ਨਾਲ ਹੁਣ ਤੱਕ ਮੁਲਾਕਾਤ ਹੁੰਦੀ ਆ ਰਹੀ ਆ ਉਹ ਤਾਂ ਫੈਸਲਾ ਲੈਣ ਦੇ ਸਮਰਥ ਹੀ ਨਹੀਂ, ਉਹਨਾਂ ਕੋਲੇ ਪਾਵਰ ਹੀ ਨਹੀਂ। ਦੇਖੋ, ਚਲਾ ਤਾਂ ਸਰਕਾਰਾਂ ਨੂੰ ਰਿਹਾ ਅਡਾਨੀ, ਅੰਬਾਨੀ ਜੀ, ਰਿਲਾਇੰਸ ਵਰਗੀਆਂ ਕੰਪਨੀਆਂ ਜੀ, ਕਿਤੇ ਇਹ ਨਾ ਭੁਲੇਖਾ ਖਾ ਜਾਓ ਕਿ ਅਸੀਂ ਉਹਨਾਂ ਨਾਲ ਮੀਟਿੰਗ ਕਰਾਂਗੇ। ਉਹਨਾਂ ਨਾਲ ਬਿਲਕੁਲ ਮੀਟਿੰਗ ਨਹੀਂ ਕਰਾਂਗੇ। ਅਸੀਂ ਚੁਣੀ ਹੋਈ ਸਰਕਾਰ ਆ, ਉਹਦੇ ਨਾਲ ਮੀਟਿੰਗ ਕਰਾਂਗੇ। ਇਹ ਐਡੀ ਗੱਲ ਨਹੀਂ ਹੈ ਕਿ ਮੀਟਿੰਗ ਦੇ ਵਿੱਚ ਤੋਮਰ ਆਉਂਦਾ, ਮੀਟਿੰਗ ਦੇ ਵਿੱਚ ਪਿਊਸ਼ ਗੋਇਲ ਆਉਂਦਾ। ਸਵਾਲ ਪਾਲਿਸੀ ਦਾ, ਪਾਰਟੀ ਪੱਧਰ ਤੇ ਪਾਲਿਸੀ ਤਿਆਰ ਹੁੰਦੀ ਹੈ, ਉਹ ਸਾਰੇ ਅਧਿਕਾਰ ਦੇ ਦੇਣਗੇ ਤੋਮਰ ਨੂੰ ਕਿ ਹੁਣ ਸਾਰਿਆਂ ਨੂੰ ਰੱਦ ਕਰ ਦੇ, ਤੋਮਰ ਰੱਦ ਕਰ ਦੂਗਾ। ਇਹਨੂੰ ਐ ਨਹੀਂ ਦੇਖਣਾ ਚਾਹੀਦਾ ਕਿ ਜੇ ਇਹਦੇ ਵਿੱਚ PM ਆਊਗਾ ਫੇਰ ਹੀ ਮਸਲਾ ਹੱਲ ਹੋਊਗਾ। ਸਵਾਲ ਇਹ ਨਹੀਂ ਹੈ, ਸਵਾਲ ਪਾਰਟੀ ਪੱਧਰ ਤੇ ਫੈਸਲਾ ਲੈਣ ਦਾ ਹੁੰਦਾ ਕਿ ਪਾਲਿਸੀ ਪੱਧਰ ਤੇ ਕੀ ਫੈਸਲਾ ਲਿਆ, ਉਹਨੂੰ ਲਾਗੂ ਕੌਣ ਕਰਦਾ। ਉਹ ਕਿਸ ਨੂੰ ਵੀ ਕਹਿ ਸਕਦੇ ਆ, ਮੈਂ ਕਹਿ ਸਕਦਾ ਜੀ। ਮੇਰੀ ਜਥੇਬੰਦੀ ਹੈ, ਪੰਜਾਬ ਪੱਧਰ ਦੀ ਜਥੇਬੰਦੀ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਟਿਕਾਉਂਦਾ। ਮੈਂ ਕਿਸੇ ਜ਼ਿਲ੍ਹਾ ਪ੍ਰਧਾਨ ਦੀ ਡਿਊਟੀ ਲਾ ਸਕਦਾ ਕਿ ਇਸ ਮਸਲੇ ਨੂੰ ਜਾ ਕੇ ਹੱਲ ਕਰ ਦੂਗਾ। ਪੋਜੀਸ਼ਨ ਤਾਂ ਮੇਰੀ ਹੈ ਨਾ ਉਹ ਜੀ। ਇਸ ਕਰਕੇ ਮਤਲਬ ਇਹਨੂੰ ਐਂ ਨਹੀਂ ਦੇਖਣਾ ਚਾਹੀਦਾ ਕਿ ਤੋਮਰ ਆ ਰਿਹਾ ਜਾਂ ਕੌਣ ਆ ਰਿਹਾ, ਇਹ ਛੋਟੀ ਗੱਲ ਹੈ ਜੀ। ਜੇ ਤੁਸੀਂ ਮੀਟਿੰਗ ਦੀ ਗੱਲ ਕਰਦੇ ਹੋ, ਇੱਕ ਮੀਟਿੰਗ ਗ੍ਰਹਿ ਮੰਤਰੀ ਨਾਲ ਵੀ ਹੁੰਦੀ ਆ, ਉਹਦੇ 'ਚ 13 ਮੈਂਬਰੀ ਵਫਦ ਜਾਂਦਾ ਗਾ। ਤੁਹਾਨੂੰ ਲੱਗਦਾ ਵੀ ਇਹ ਮੀਟਿੰਗਾਂ ਦੇ ਵਿੱਚ ਸਿਰਫ ਸੁਣਨੂੰ ਹੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਵੇਂ ਨਾ ਕਿਵੇਂ ਮੰਨ ਜਾਣ, ਕਿ ਕੋਈ ਹੋਰ ਤਰੀਕੇ ਨਾਲ, ਪੁੱਠੇ ਸਿੱਧੇ ਤਰੀਕੇ ਨਾਲ ਮੰਨ ਜਾਣ? ਕਿੱਥੇ ਆ ਜਿਹੜੀ ਅਸਲ ਤੇ ਗੱਲ ਅੜੀ ਹੋਈ ਹੈ? ਕਿਉਂਕਿ ਜੇ 26 ਤਰੀਕ ਦੀ ਆਪਾਂ ਗੱਲ ਕਰਦੇ ਹਾਂ, 26 ਦੇ ਵਿਦੇਸ਼ਾਂ ਤੋਂ ਵੀ ਡੈਲੀਗੇਟ ਇਨਵਾਈਟਡ ਹੁੰਦੇ ਨੇ, ਵਿਦੇਸ਼ਾਂ ਤੋਂ ਵੀ ਆਉਣਾ ਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਵੀ ਗੱਲ ਹੁੰਦੀ ਹੈ ਵੀ ਉਹਨਾਂ ਨੇ ਵੀ ਆਉਣਾ ਗਾ। ਤੁਹਾਨੂੰ ਲੱਗਦਾ ਵੀ 26 ਤੱਕ ਸਾਰਾ ਕੁਝ ਇਦਾਂ ਹੀ ਰਹੂਗਾ ਜਾਂ 26 ਤੋਂ ਪਹਿਲਾਂ ਕੁਝ ਗੜਬੜ ਹੋਣ ਦੀ ਸੰਭਾਵਨਾ? ਦੇਖੋ, ਤੁਸੀਂ ਇਹਨੂੰ ਦੇਖੋ ਕਿ ਘੁੰਡੀ ਫਸੀ ਕਿੱਥੇ ਹੈ। ਹਾਂ, ਇਹ ਸਮਝਣ ਦੀ ਕੋਸ਼ਿਸ਼ ਕਰੋ ਜੀ। ਜਿੱਡਾ ਵੱਡਾ ਅੰਦੋਲਨ ਹੋਇਆ, ਜਿੰਨਾ ਲੰਮਾ ਹੋ ਗਿਆ ਜਾਂ ਹੋਰ ਹੋਊਗਾ, ਇਹਦੇ ਵਿੱਚ ਇੱਕ ਕਾਰਨ ਹੈ ਕਿ ਘੁੰਡੀ ਕਿੱਥੇ ਫਸੀ ਹੋਈ ਹੈ ਜੀ। ਘੁੰਡੀ ਫਸੀ ਹੋਈ ਹੈ ਕਿ ਜਿਹੜੀ ਭਾਰਤ ਸਰਕਾਰ ਹੈ, ਉਹਨੇ ਜਿਹੜਾ ਰਾਜ ਸਰਕਾਰਾਂ ਦਾ ਅਧਿਕਾਰ ਖੇਤਰ ਹੈ ਉਹਦੇ ਵਿੱਚ ਨਜਾਇਜ਼ ਦਖਲਅੰਦਾਜ਼ੀ ਕੀਤੀ ਹੈ, ਉਹਨਾਂ ਦੀ ਖੁਦ ਮੁਖਤਿਆਰੀ ਨੂੰ ਚੈਲੰਜ ਕੀਤਾ ਜੀ। ਇਸ ਕਰਕੇ ਘੁੰਡੀ ਇੱਥੇ ਫਸੀ ਹੋਈ ਹੈ। ਅਸੀਂ ਕਹਿੰਦੇ ਹਾਂ ਕਿ ਜਦੋਂ ਕੇਂਦਰ ਭਾਰਤ ਸਰਕਾਰ ਨੇ ਗਲਤੀ ਕੀਤੀ ਹੈ ਜੀ, ਸੰਵਿਧਾਨ ਦੀ ਉਲੰਘਣਾ ਕੀਤੀ ਹੈ ਜੀ, ਭਾਰਤ ਸੰਵਿਧਾਨ ਦੀਆਂ ਧੱਜੀਆਂ ਡਾਈਆਂ ਇਹਨਾਂ ਨੇ ਜੀ, ਤੇ ਰਾਜ ਸਭਾ ਦੇ ਵਿੱਚ ਬਹਿਸ ਨਹੀਂ ਕਰਵਾਈ, ਕਰੋਨਾ ਦੀ ਆੜ ਦੇ ਹੇਠ ਕਾਨੂੰਨ ਬਣਾਏ ਹੈ, ਲੋਕਾਂ ਤੋਂ ਚੋਰੀਆਂ ਬਣਾਏ ਹੈ। ਇਹ ਮਤਲਬ ਚੋਰੀ ਕਿੰਨਾ ਚਾਲੂ ਕੀ ਰਹੂਗੀ? ਸਵਾਲ ਸਹੇ ਦਾ ਨਹੀਂ, ਸਵਾਲ ਪਹੇ ਦਾ। ਅਸੀਂ ਦੇਖਦੇ ਹਾਂ ਕਿ ਜੇ ਅੱਜ ਇਹਨਾਂ ਕਾਨੂੰਨਾਂ ਤੋਂ ਪਿੱਛੇ ਹਟ ਜਾਂਦੇ ਹਾਂ, ਰਾਜ ਸਰਕਾਰਾਂ ਦਾ ਅਧਿਕਾਰ ਖੇਤਰ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੰਦੇ ਆ, ਜਿਹੜੀ ਰਾਜ ਸਰਕਾਰਾਂ ਦੀ ਖੁਦਮੁਖਤਿਆਰੀ ਆ ਉਹ ਕੇਂਦਰ ਦੇ ਹਵਾਲੇ ਕਰ ਦਿੰਦੇ ਆ, ਤਾਂ ਕੱਲ ਨੂੰ ਕੀ ਹੋਊਗਾ? ਦੇਖੋ, ਇਹ ਸੌਖੇ ਹੀ ਸਮਝ ਆ ਸਕਦੀ ਹੈ। ਇੱਕ ਦੇਸ਼, ਇੱਕ ਭੇਸ, ਇੱਕ ਰਾਜ, ਏਕ ਬੋਲੀ, ਏਕ ਭਾਸ਼ਾ, ਇਹ ਕਿਹਾ ਏਜੰਡਾ ਹੈ BJP ਦਾ। ਉਧਰ ਨੂੰ ਗੱਲ ਤੁਰਤੀ ਆ। ਹਮ ਨੇ ਬਿਲਕੁਲ ਨਹੀਂ ਤੇ ਸਹਿਮਤ ਹੋਵਾਂਗੇ ਅਸੀਂ ਜਦ ਤੱਕ ਕਿ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ, MSP ਵਾਲਾ ਕਾਨੂੰਨ ਨਵਾਂ ਲਾਗੂ ਨਹੀਂ ਹੁੰਦਾ, ਬਿਲਕੁਲ ਨਹੀਂ ਜਾਏਂਗੇ। ਦੇਖੋ, ਸਾਡੀਆਂ ਲਾਸ਼ਾਂ ਤਾਂ ਜਾ ਸਕਦੀਆਂ ਪੰਜਾਬ, ਇਹ ਕਾਨੂੰਨ ਰੱਦ ਕਰੇ ਬਿਨਾਂ ਅਸੀਂ ਜਿਉਂਦੇ ਨਹੀਂ ਜਾ ਸਕਦੇ ਜੀ। ਇਹ ਪੱਕਾ ਫੈਸਲਾ ਮੇਰਾ ਨਹੀਂ ਇਕੱਲੇ ਦਾ, ਇਹ 450 ਜਥੇਬੰਦੀ ਦਾ ਫੈਸਲਾ। ਇਹ ਭੁਲੇਖੇ ਦੇ ਵਿੱਚ ਹੋ ਸਕਦੀ ਹੈ ਮੋਦੀ ਸਰਕਾਰ, ਭੁਲੇਖੇ ਦੇ ਵਿੱਚ ਹੋ ਸਕਦੇ ਆ ਕਾਰਪੋਰੇਟ ਘਰਾਣੇ, ਭੁਲੇਖੇ ਦੇ ਵਿੱਚ ਹੋ ਸਕਦੀਆਂ ਖੁਫੀਆ ਤੰਤਰ, ਭੁਲੇਖੇ ਦੇ ਵਿੱਚ ਹੋ ਸਕਦੀਆਂ ਇੰਟੈਲੀਜੈਂਸੀਆਂ। ਅਸੀਂ ਕੋਈ ਭੁਲੇਖੇ ਦੇ ਵਿੱਚ ਨਹੀਂ ਹਾਂ। ਤੁਸੀਂ ਰਾਜ ਸਰਕਾਰਾਂ ਦੀ ਗੱਲ ਕੀਤੀ ਆ, BJP ਦੇ ਲੀਡਰਾਂ ਦਾ ਘਰਾਓ ਹੋ ਰਿਹਾ ਗਾ, ਪਰ ਉਧਰ ਲਾਠੀ ਚਾਰਜ ਵੀ ਹੋ ਰਿਹਾ। ਤੁਹਾਨੂੰ ਲੱਗਦਾ ਗਾ ਵੀ ਜੇ ਆਪਾਂ ਆਪਣੇ ਰਾਜ ਦੀ ਗੱਲ ਕਰਦੇ ਹਾਂ, ਪੰਜਾਬ ਦੀ, ਉੱਦਾਂ ਕਿਸਾਨਾਂ ਨਾਲ ਵੀ ਨਹੀਂ ਖੜ ਰਹੇ ਜਿੱਦਾਂ ਖੜਨਾ ਚਾਹੀਦਾ ਹੈਗਾ? ਇੱਕ ਧਰਨਾ ਰਵਨੀਤ ਬਿੱਟੂ ਨੇ ਵੀ ਲਾਇਆ ਹੋਇਆ ਹੈਗਾ ਜੰਤਰ ਮੰਤਰ। ਤੁਹਾਨੂੰ ਲੱਗਦਾ ਵੀ ਸਿਰਫ ਇਹ ਤਾਂ ਢੋਂਗ ਆ, ਇੱਕ ਪਖੰਡਬਾਜ਼ੀ ਦਿਖਾ ਰਹੇ ਆ ਲੋਕਾਂ ਨੂੰ? ਦੇਖੋ, ਇਹ ਤਾਂ ਇਸ ਅੰਦੋਲਨ ਨੇ ਜਿਹੜੀਆਂ ਪਾਰਟੀਆਂ ਉਹਨਾਂ ਦੀ ਜਿਹੜੀ ਪਖੰਡਬਾਜ਼ੀ ਹੈ ਬਿਲਕੁਲ ਲੋਕਾਂ ਦੇ ਸਾਹਮਣੇ ਕਰਤੀ ਕਿ ਜਿਹੜੀਆਂ ਪਾਰਟੀਆਂ, ਰਾਜਕਰਤਾ ਪਾਰਟੀਆਂ ਵੋਟਾਂ ਚੋਣਾਂ 'ਚ ਹਿੱਸਾ ਲੈਂਦੀਆਂ, ਉਹਨਾਂ ਦਾ ਕਿਰਦਾਰ ਕੀ ਆ ਜੀ, ਉਹ ਬਿਲਕੁਲ ਲੋਕਾਂ ਦੇ ਸਾਹਮਣੇ ਆ। ਮੈਨੂੰ ਲੱਗਦਾ ਬਹੁਤਾ ਕੁਝ ਕਹਿਣ ਦੀ ਮੈਨੂੰ ਲੋੜ ਨਹੀਂ ਹੈ ਇਹਦੇ ਵਿੱਚ। ਹਾਂ, ਅਗਰ ਇਹ ਅੰਦੋਲਨ ਕਿਸਾਨਾਂ ਦਾ ਅੰਦੋਲਨ ਹੈ,
ਇੱਕ ਨਵਾਂ ਇਤਿਹਾਸ ਸਿਰਜੂਗਾ। 26 ਜਨਵਰੀ ਆ ਰਹੀ ਹੈ, ਇਹ ਭੁਲੇਖੇ ਦੇ ਵਿੱਚ ਹੈ ਮੋਦੀ ਸਰਕਾਰ। ਭਾਰਤ ਦਾ ਇੱਕ ਇਤਿਹਾਸਕ ਦਿਨ ਹੈ ਜੀ। 26 ਜਨਵਰੀ ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਜੀ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਜੀ। 2 ਦਿਨ ਇਹ ਮੰਨੇ ਜਾਂਦੇ ਆ ਭਾਰਤ ਦੇ ਵਿੱਚ। ਜਿਹੜੀ ਆਉਣ ਵਾਲੀ 26 ਤਰੀਕ ਹੈ ਜੀ, ਇਹ ਜਿਹੜਾ ਭਾਰਤ ਦਾ ਇਤਿਹਾਸ ਹੈ ਉਹਦੇ ਵਿੱਚ ਇੱਕ ਨਵਾਂ ਅਧਿਆਏ, ਨਵਾਂ ਇਤਿਹਾਸ ਸਿਰਜਿਆ ਜਾਊਗਾ। ਅਗਰ ਜੇਕਰ ਇਹ ਤਿੰਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੇ, ਇੱਕ ਨਵਾਂ ਇਤਿਹਾਸ ਹੋਰ ਸਿਰਜਿਆ ਜਾਊਗਾ ਭਾਰਤ ਦੇ ਇਤਿਹਾਸ ਦੇ ਵਿੱਚ। ਜੀ। ਜਿਹੜੀ ਸਟੇਟ ਸਰਕਾਰ ਦੀ, ਪੰਜਾਬ ਸਰਕਾਰ ਦੀ ਭੂਮਿਕਾ ਕੀ ਜਿਹੜੀ ਹੁਣ ਚੱਲ ਰਹੀ ਹੈ ਪਿੱਛੇ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਸਰਕਾਰ ਇੱਕ ਰਾਜ ਸਰਕਾਰ ਆ। ਜਿੱਡਾ ਵੱਡਾ ਮੁੱਦਾ ਹੈ ਪੂਰੇ ਭਾਰਤ ਦਾ ਮੁੱਦਾ। ਇਹ ਇੱਕ ਸਟੇਟ ਦੀ ਬਾਤ ਹੀ ਨਹੀਂ ਕਰਨੀ ਚਾਹੁੰਦੇ, ਗੱਲ ਹੀ ਨਹੀਂ ਕਰਨੀ ਚਾਹੁੰਦੇ ਆ। ਇਹ ਤਾਂ ਬਹੁਤ ਜ਼ਿਆਦਾ ਮਤਲਬ ਵੀ ਭਾਰਤ ਸਰਕਾਰ ਨੇ ਕਿਹਾ ਕਿ ਪੰਜਾਬ ਵਾਲੇ ਲੋਕ ਆ ਜਾਓ, ਬਾਤ ਕਰ ਲੈਂਦੇ ਆ ਤੇ ਨਿਪਟਾਰਾ ਕਰ ਲੈਂਦੇ ਆ। ਦੇਖੋ, ਆਮ ਨਹੀਂ ਸੋਚਦੇ, ਪੂਰੇ ਭਾਰਤ ਦਾ ਮੁੱਦਾ ਹੈ। ਨਹੀਂ, ਜਿਹੜਾ ਲਾਠੀ ਚਾਰਜ ਹੋ ਰਿਹਾ ਉਹਦਾ ਖੰਡਨ ਕਰਦੇ ਹੋ? ਦੇਖੋ, ਲਾਠੀ ਚਾਰਜ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਜਾਇਜ਼ ਹੈ, ਪੀਸਫੁਲ ਚੱਲ ਰਿਹਾ, ਸ਼ਾਂਤਮਈ ਢੰਗ ਦੇ ਨਾਲ। ਇਹਨਾਂ ਨੂੰ ਕਰਨ ਨੂੰ, ਇਹਨਾਂ ਨੂੰ ਥਾਂ ਦਿਓ, ਇਹਨਾਂ ਦਾ ਹੱਕ ਹੈ। ਪਰ ਇਹ ਦੇਖੋ, ਸੁਪਰੀਮ ਕੋਰਟ ਦੀਆਂ ਵੀ ਧੱਜੀਆਂ ਉਡਾ ਰਹੇ ਆ। ਸੁਪਰੀਮ ਕੋਰਟ ਕਹਿ ਰਿਹਾ ਇਹਨਾਂ ਨੂੰ ਬੈਠਣ ਦਿਓ, ਇਹਨਾਂ ਦਾ ਅਧਿਕਾਰ ਹੈ, ਤੇ ਲਾਠੀ ਚਾਰਜ ਕਰ ਰਹੇ ਆ, ਅਥਰੂ ਗੈਸ ਕੇ ਗੋਲੇ ਦਾਗ ਰਹੇ ਆ ਤੇ ਪਾਣੀ ਦੀਆਂ ਵਿਛਾੜਾਂ ਕਰ ਰਹੇ ਆ। ਜੀ। ਜੇ ਆਪਾਂ ਪਰਸੋਂ ਦੀਆਂ ਤਸਵੀਰਾਂ ਦੇਖੀਆਂ ਗਈਆਂ ਜਿਹੜੀਆਂ ਜੈਪੁਰ ਦਿੱਲੀ ਮਾਰਗ ਦੇ ਉੱਤੇ, ਜਿੱਥੇ ਰਾਜਸਥਾਨ ਦੇ ਨੌਜਵਾਨ ਜਾਂ ਰਾਜਸਥਾਨ ਦੇ ਕਿਸਾਨ ਆ ਰਹੇ ਸੀ, ਉੱਥੇ ਵੀ ਬੜਾ ਹੰਗਾਮਾ ਹੋਇਆਗਾ। ਗੈਸ, ਅਥਰੂ ਗੈਸ, ਮਿਰਚੀ ਗੈਸ ਸਿੱਟੀ ਗਈ ਆ। ਉਹਦੇ ਬਾਰੇ ਕੀ ਪ੍ਰੈਸ ਨੋਟ ਜਾਰੀ ਕਰਿਆ ਗਿਆ ਕਿਸਾਨ ਜਥੇਬੰਦੀਆਂ ਨੇ? ਜਿਹੜੀ 30 ਤੁਹਾਡਾ ਸੰਯੁਕਤ ਮੋਰਚਾ ਬਣੇਗਾ ਉਹਦੇ ਵੱਲੋਂ ਕੋਈ ਹੋ ਰਹੀ ਹੈ, ਜਾਂ ਉਹ ਮੁੰਡੇ ਕਹਿ ਰਹੇ ਵੀ ਅਸੀਂ ਅੱਗੇ ਵਧਣਾਗਾ, ਉਹਨਾਂ ਬਾਰੇ ਕੁਝ ਹੈਗੀ ਹੈ ਜਾਣਕਾਰੀ? ਦੇਖੋ, ਜਦੋਂ ਕੱਲ ਸਾਡੀ ਮੀਟਿੰਗ ਹੋਈ ਹੈ ਨਾ ਜੀ, ਖੇਤੀ ਮੰਤਰੀ ਦੇ ਨਾਲ ਜੀ, ਸਭ ਤੋਂ ਪਹਿਲਾਂ ਅਸੀਂ ਮੁੱਦਾ ਉਠਾਇਆ ਕਿ ਜੇ ਸੱਚੀਓ ਤੁਸੀਂ ਕਹਿੰਦੇ ਹੋ ਵੀ ਅਸੀਂ ਕਿਸਾਨਾਂ ਦੇ ਪੱਖੀ ਆ ਜੀ, ਤਾਂ 60 ਲਾਸ਼ਾਂ ਪੰਜਾਬ ਦੇ ਵਿੱਚ ਜਾ ਵੜੀਆਂ ਜੀ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੋ ਜੀ। ਅਸੀਂ ਸਾਰਿਆਂ ਨੇ ਸਾਂਝੇ ਰੂਪ ਦੇ ਵਿੱਚ, ਜੀ, ਵਿੱਚੇ ਮੰਤਰੀ, ਵਿੱਚੇ ਪੰਜਾਬ ਦੀਆਂ ਜਥੇਬੰਦੀਆਂ ਸਾਂਝੇ ਰੂਪ ਦੇ ਵਿੱਚ ਸ਼ਰਧਾਂਜਲੀ ਭੇਟ ਕਰੀ ਹੈ। ਜੀ। ਦੂਸਰਾ ਅਸੀਂ ਕਿਹਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਠੀਕ ਆ ਅਸੀਂ ਕਿਸਾਨਾਂ ਦੇ ਪੱਖੀ ਹਾਂ, ਜੀ, ਠੀਕ ਹੈ, ਕਿਸਾਨ ਪੀਸਫੁਲ ਚੱਲ ਰਿਹਾ, ਅੰਦੋਲਨ ਠੀਕ ਚੱਲ ਰਿਹਾ ਹੈ, ਫਿਰ ਆ ਜਿਹੜੀ ਨੌਬਤ ਆਈ ਹੈ ਅਥਰੂ ਗੈਸ ਛੱਡਣ ਦੀ, ਲਾਠੀ ਚਾਰਜ ਕਰਨ ਦੀ, ਹੋਰ ਇਹ ਕਿਉਂ ਆ ਰਹੀ ਹੈ? ਜਣੀ ਇਹ ਤੁਹਾਡਾ ਚਿਹਰਾ ਕੀ ਹੈ? ਉਹ ਪਤਾ ਕੀ ਬੋਲਤੇ ਹੈ ਜੀ, ਇਹ तो देखो पुलिस का काम है। देखो, भारत का संविधान है तो ये पुलिस का काम है। कल पुलिस आपके हाथ में सारा राज ले लेगी, ये कैसा होगा? ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀ ਸਰਕਾਰ ਆ ਦੂਰੀ ਨੀਤੀ ਅਪਣਾ ਰਹੀ ਆ? ਅੰਦਰ ਮੀਟਿੰਗਾਂ 'ਚ ਕੁਝ ਹੋਰ ਆ, ਮੀਡੀਆ ਸਾਹਮਣੇ ਕੁਝ ਹੋਰ ਆ, ਤੇ ਜਿਹੜਾ ਗਰਾਊਂਡ ਲੈਵਲ ਤੇ ਉਹ ਹੋਰ ਤਰ੍ਹਾਂ ਦਾ ਵਤੀਰਾ ਹੋ ਰਿਹਾ ਹੈਗਾ। ਦੇਖੋ, ਜਿਹੜੀ ਭਾਰਤ ਸਰਕਾਰ ਹੈ ਨਾ, ਬੀਜੇਪੀ ਆ ਪਾਰਟੀ ਜੀ, ਉਹਦੇ ਵਿੱਚ ਅੰਦਰੂਨੀ ਖਿੱਚੋ ਤਾਣ ਇੰਨੀ ਹੋ ਗਈ ਹੈ। ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਜੀ, ਕਿ ਭਾਰਤ ਸਰਕਾਰ ਦੀ ਬਲੀ ਦਿੱਤੀ ਜਾ ਸਕਦੀ ਹੈ। ਜੀ, ਇਹ ਅੰਦੋਲਨ ਨਹੀਂ ਵਾਪਸ ਹੋਊਗਾ। ਜੀ, ਪੂਰੀ ਰਿਪੋਰਟ ਹੈ ਮੈਨੂੰ ਜੀ, ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ। ਜੀ, ਕਿੰਨੇ ਮੰਤਰੀ ਕਿੱਧਰ ਖੜਦੇ ਆ, ਜੀ, ਕਿੰਨੇ ਮੰਤਰੀ ਕਿੱਧਰ ਖੜਦੇ ਆ, ਜੀ, ਕਿਹੋ ਜਿਹਾ ਇਹਨਾਂ ਦਾ ਕ੍ਰੈਸ਼ਜ ਆਇਆ ਹੋਇਆ। ਜੀ, ਮੈਂ ਸਾਰੇ ਮੀਡੀਆ ਨੂੰ ਕੱਲ ਬਤਾਇਆ ਸੀ ਜੀ, ਕਿ ਭਾਰਤ ਸਰਕਾਰ 2 ਚਿੱਟੀ ਦੇ ਵਿੱਚ ਹੈ, ਕ੍ਰੈਸ਼ਜ ਦੇ ਵਿੱਚ ਹੈ। ਜੀ, ਅਸੀਂ ਬਿਲਕੁਲ ਸਾਫ਼ ਹਾਂ, ਸਾਡੇ ਲਈ ਰਸਤਾ ਸਾਫ਼ ਹੈ। ਜੀ। ਸਾਰੇ ਜਿਹੜੇ ਕਿਸਾਨ ਆਗੂ ਨੇ ਜਾਂ ਸਾਰੀਆਂ ਜਥੇਬੰਦੀਆਂ ਇੱਕ ਮੁੱਠ ਆ, ਪੂਰੀ ਇੱਕ ਸਲਾਹ ਦੇ ਵਿੱਚੋਂ? ਬਿਲਕੁਲ। ਜਿਹੜੀਆਂ ਪੰਜਾਬ ਦੀਆਂ 32 ਜਥੇਬੰਦੀਆਂ ਵਿੱਚ ਪਲੱਸ ਮਤਲਬ ਜਿਹੜੀਆਂ ਇੰਡੀਆ ਦੀਆਂ ਜਥੇਬੰਦੀਆਂ ਇਕਜੁੱਟ ਹੈ, ਇੱਕ ਵੀ ਜਥੇਬੰਦੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਜੀ। ਇਹ ਕੱਲ ਅਸੀਂ ਜਿਹੜੀ ਮੀਟਿੰਗ ਹੋਈ ਹੈ ਨਾ ਤੋਮਰ ਦੇ ਨਾਲ, ਉੱਥੇ ਮੇਜ਼ ਥਪਾ ਕੇ ਗੱਲ ਕਹੀ ਹੈ ਕਿ ਅਸੀਂ ਇਕਜੁੱਟ ਹਾਂ, ਇੱਕ ਵੀ ਬੰਦਾ ਬਾਹਰ ਨਹੀਂ ਜਾਊਗਾ, ਜੇ ਜਾਊਗਾ ਤਾਂ ਮਰੂਗਾ। ਮੀਟਿੰਗ ਦੇ ਵਿੱਚ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਬਹੁਤ ਗਰਮਾ ਗਰਮੀ ਹੋਈ ਮੀਟਿੰਗ ਦੇ ਵਿੱਚ। ਗਰਮਾ ਗਰਮੀ ਤਾਂ ਹੋਣੀ ਸੀ। ਮੈਂ ਖੁਦ ਕਿਹਾ ਇਹਨੂੰ, ਜਿਹੜਾ ਕ੍ਰਿਸ਼ੀ ਮੰਤਰੀ ਹੈ, ਜੀ, कि कृषि मंत्री जी चुनाव हुआ, चुनाव में आपको वोट डाली जी, ते कृषि मंत्री बनाया। पंजाब की जथेबंदियां, पूरे भारत की जथेबंदियां ते कृषि मंत्री बनकर बातचीत किए जी, ते आप बोलते हैं अडानी अबानी कारपोरेट घराने की बोली। ये मत कीजिए जी, ये तिखी पस हो गई।
ਜੀ ਜੀ ਬੂਟਾ ਸਿੰਘ ਜੀ ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ ਜੀ। ਧੰਨਵਾਦ, ਜੀ ਸ਼ੁਕਰ। ਜੀ ਜੀ। ਸੋ ਇਹ ਸੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ, ਜਿਨ੍ਹਾਂ ਨੇ ਸਾਫ਼ ਕਰ ਦਿੱਤਾ ਗਾ ਵੀ 26 ਤਰੀਕ ਤੋਂ ਬਾਅਦ ਭਾਰਤ ਸਰਕਾਰ ਦੀ ਬਲੀ ਹੋ ਸਕਦੀ ਆ, ਪਰ ਅਸੀਂ ਵਾਪਸ ਨਹੀਂ ਜਾਵਾਂਗੇ। ਅਸੀਂ ਛਾਤੀਆਂ 'ਚ ਗੋਲੀਆਂ ਖਾਣ ਨੂੰ ਤਿਆਰ ਆ। ਅਸੀਂ ਇੱਥੇ ਡਟੇ ਹੋਏ ਆ ਜਿੰਨਾ ਟਾਈਮ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਅੱਗੇ ਵੀ ਅਸੀਂ ਇੱਥੋਂ ਗਰਾਊਂਡ ਜ਼ੀਰੋ ਤੋਂ ਹੋਰ ਰਿਪੋਰਟਾਂ ਲੈ ਕੇ ਜਾਂ ਜਿਹੜੀਆਂ ਤਾਜ਼ਾ ਗੱਲਾਂ ਆਗੀਆਂ ਉਹ ਤੁਹਾਨੂੰ ਦਿਖਾਉਂਦੇ ਰਹਾਂਗੇ। ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਬੈਠੇ ਦਰਸ਼ਕ ਸਾਨੂੰ ਮੜਾ ਮੂੰਹ ਪਿਆਰ ਦੇ ਰਹੇ ਨੇ, ਉਹਦੇ ਵਾਸਤੇ ਧੰਨਵਾਦ ਕਰਦੇ ਹਾਂ। ਗਰਾਊਂਡ ਜ਼ੀਰੋ ਦੀ ਪਲ ਪਲ ਰਿਪੋਰਟ ਤੁਸੀਂ RMB ਟੈਲੀਵਿਜ਼ਨ ਤੇ ਦੇਖ ਸਕਦੇ ਹੋ। ਅੱਗੇ ਵੀ ਅਸੀਂ ਜੁੜੇ ਰਹਾਂਗੇ। ਧੰਨਵਾਦ ਜੀ।